ਮਰਾਸੀ ਦੀ ਕਹਾਣੀ ਸੁਣਾ ਦਈਏ ਤੁਹਾਨੂੰ, ਸੁਣਾ ਦਿੰਦੇ ਹਾਂ। ਉਹ ਮਰਾਸੀ ਨਾ ਆਪਣੇ ਦੋ ਯਾਰਾਂ ਦੇ ਨਾਲ ਨਾ ਫੌਜ 'ਚ ਭਰਤੀ ਹੋ ਜਾਂਦਾ। ਅੱਛਾ। ਉਹ ਜਦੋਂ ਫੌਜ 'ਚ ਭਰਤੀ ਹੋ ਗਿਆ ਨਾ, ਤੇ ਇਹ ਚੂੰਕਿ ਪਿੰਡੋਂ ਗਏ ਨਹੀਂ ਹੁੰਦੇ ਬਾਹਰ। ਅੱਛਾ। ਤੇ ਪਿੰਡ ਦੀ ਯਾਦ ਬੜੀ ਇਹਨਾਂ ਨੂੰ ਆਉਂਦੀ ਤਿੰਨਾਂ ਨੂੰ ਨਾ। ਉਹ ਇਹਦਾ ਇੱਕ ਯਾਰ ਗੁੱਜਰ ਹੁੰਦਾ ਤੇ ਇੱਕ ਰਾਣਾ ਹੁੰਦਾ। ਮੈਂ ਗੁੱਜਰ ਹੁੰਦੀ ਹਾਂ। ਮੇਰੇ ਉਸਤਾਦ ਵੀ ਗੁੱਜਰ ਸਨ। ਕਿ ਇੱਕ ਬੰਦਾ ਤੁਹਾਨੂੰ ਡੀਐਮ ਕਰਦਾ, ਇੱਕ ਇੱਥੇ ਹੀ ਤੁਹਾਡੇ ਨਾਲ ਪੂਰਾ ਕਰ ਲਵੇ। ਮੇਰੇ ਉਸਤਾਦ ਵੀ ਗੁੱਜਰ ਸਨ। ਅੱਛਾ। ਔਰ ਗੁੱਜਰਾਂ ਦੀ ਇੱਕ ਚੀਜ਼ ਬੜੀ ਹੁੰਦੀ ਹੈ ਕਿ ਗੁੱਜਰਾਂ ਦੀਆਂ ਧੌਣਾਂ ਬੜੀਆਂ ਮੋਟੀਆਂ ਹੁੰਦੀਆਂ ਨੇ, ਮੱਝਾਂ 'ਚ ਰਹਿੰਦੇ ਨੇ ਨਾ। ਅੱਛਾ, ਹੁੰਦੀ ਹੋਣੀ ਮੇਰੀ ਏਡੀ। ਅੱਛਾ। ਉਹ ਨਾ ਤੈਨੂੰ ਭਰਤੀ ਹੋ ਜਾਂਦੇ ਨੇ, ਯਾਰ ਵੀ ਹੁੰਦੇ ਨੇ ਤੈਨੂੰ। ਅੱਛਾ। ਉਹ 2-3 ਮਹੀਨੇ ਬਾਅਦ ਨਾ ਇਹਨਾਂ ਨੂੰ ਯਾਦ ਆਉਂਦਾ ਹੈ ਕਿ ਪਿੰਡ ਦੀ ਜਿਹੜੀ ਦੂਰੀ ਹੈ ਨਾ ਉਹ ਬਰਦਾਸ਼ਤ ਨਹੀਂ ਹੁੰਦੀ। ਇਹ ਸੋਚਦੇ ਨੇ ਪਿੰਡ ਸਾਡੇ ਤੋਂ ਬਗੈਰ ਪਤਾ ਨਹੀਂ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਨਾ। ਅੱਜ ਇੰਜ ਬੰਦਾ ਬਾਹਰ ਆਉਂਦਾ ਆਪਣੇ ਇਲਾਕੇ ਤੋਂ, ਪਿੱਛੇ ਸੋਚਦਾ ਪਿੱਛੇ ਪਤਾ ਨਹੀਂ, ਕੰਮ ਰੁਕ ਗਿਆ ਹੋਣਾ, ਪਿੱਛੇ ਕੰਮ ਰੁਕ ਗਿਆ ਹੋਣਾ। ਉਹ ਕਹਿੰਦੇ ਨੇ ਯਾਰ ਛੁੱਟੀ ਲਈਏ ਸੂਬੇਦਾਰ ਕੋਲੋਂ ਨਾ, ਤੇ ਵਾਰੋ ਵਾਰੀ ਜਾ ਕੇ ਨਾ ਉਹਦੇ ਕੋਲ ਰਿਕੁਐਸਟ ਕਰ ਰਹੇ ਆ ਕਿ ਕਿਸੇ ਇੱਕ ਨੂੰ ਤਾਂ ਛੁੱਟੀ ਮਿਲ ਜਾਏਗੀ। ਉਹ ਇੱਕ ਜਾਂਦਾ ਤੇ ਪਹਿਲੇ ਇਹਨੂੰ ਗੁੱਜਰ ਸਾਹਿਬ ਨਹੀਂ ਭੇਜਦਾ, ਤੁਹਾਨੂੰ ਭੇਜ ਦਿੰਦਾ ਨਾ। ਇਹ ਦੇਖੋ ਹੁਣ ਕਿੰਨਾ ਪੋਜ਼ਿਟਿਵ ਮੈਂ ਤੁਹਾਨੂੰ ਰਿਸਪੌਂਸ ਦੇ ਰਹੀ ਹਾਂ। ਪਰ ਜੇ ਅੱਗੇ ਕੋਈ ਗੱਲ ਗਲਤ ਹੋਈ ਨਾ, ਮੈਂ ਫਿਰ ਛੱਡ ਭੁੱਲ ਜਾਣਾ। ਨਹੀਂ, ਤੁਸੀਂ ਪਿੱਛੇ ਹੀ ਹੋ। ਅੱਛਾ। ਫਿਰ ਮਰਾਸੀ ਬਾਵਾ ਜਿਹੜਾ ਨਾ ਆਪਣੇ ਜੀ ਮਿਲੇਗਾ। ਅੱਛਾ, ਠੀਕ ਹੋ ਗਿਆ। ਉਹ ਨਾ ਜਾ ਕੇ ਸੂਬੇਦਾਰ ਨੂੰ ਕਹਿੰਦੇ ਨੇ ਗੁੱਜਰ ਸਾਹਿਬ ਕਿ ਸੂਬੇਦਾਰ ਜੀ ਮੈਨੂੰ ਛੁੱਟੀ ਚਾਹੀਦੀ। ਸਹੀ ਹੈ। ਉਹ ਕਹਿੰਦਾ ਕੀ ਹੋਇਆ? ਕਹਿੰਦਾ ਮੇਰੀ ਅੰਮਾ ਮਰ ਗਈ ਤੇ ਮੈਂ ਘਰ ਜਾਣਾ। ਉਹ ਸੂਬੇਦਾਰ ਕਹਿੰਦਾ ਕਿ ਮੇਰੀ ਵੀ ਅੰਮਾ ਮਰੀ ਸੀ ਤੇ ਛੁੱਟੀ ਨਹੀਂ ਸੀ ਮਿਲੀ। ਠੀਕ ਹੈ। ਤੇ ਤੇਰੇ ਵਾਸਤੇ ਵੀ ਛੁੱਟੀ ਨਹੀਂ ਹੈ। ਉਹ ਪਰੇਸ਼ਾਨ ਹੋ ਕੇ ਵਾਪਸ ਆ ਜਾਂਦਾ। ਰਾਣਾ ਸਾਹਿਬ ਦੀ ਵਾਰੀ ਆਉਂਦੀ ਹੈ। ਉਹ ਮਰਾਸੀ ਸਾਹਿਬ ਕਹਿੰਦੇ ਨੇ ਜਾ ਬਈ ਤੂੰ, ਤੇਰੀ ਵਾਰੀ। ਉਹ ਜਾ ਕੇ ਉਹਨੂੰ ਕਹਿੰਦਾ ਕਿ ਉਹ ਸੂਬੇਦਾਰ ਦੀ ਛੁੱਟੀ ਚਾਹੀਦੀ। ਕਹਿੰਦਾ ਤੇਰਾ ਕੀ ਮਸਲਾ? ਕਹਿੰਦਾ ਮੇਰਾ ਅੱਬਾ ਮਰ ਗਿਆ ਤੇ ਮੈਨੂੰ ਛੁੱਟੀ ਚਾਹੀਦੀ ਹੈ। ਸੂਬੇਦਾਰ ਕਹਿੰਦਾ ਵੀ ਮੇਰਾ ਵੀ ਅੱਬਾ ਮਰਿਆ ਸੀ ਤੇ ਛੁੱਟੀ ਨਹੀਂ ਸੀ ਮਿਲੀ। ਇਹ ਵੀ ਪਰੇਸ਼ਾਨ ਹੋ ਕੇ ਆ ਜਾਂਦਾ। ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਕੀ ਆਖਿਆ ਉਹਨਾਂ ਨੂੰ? ਉਹ ਕਹਿੰਦਾ ਗੁੱਜਰ ਸਾਹਿਬ ਮੇਰੀ ਮਾਂ ਮਰ ਗਈ, ਮੈਂ ਕਿਹਾ ਮੇਰਾ ਅੱਬਾ ਮਰ ਗਿਆ। ਕਹਿੰਦਾ ਵੀ ਜਵਾਨ ਦੇ ਪੁੱਤਰੋ ਬਹੁ ਹੈ ਥੇ ਤੇ ਮੈਂ ਜਾਣਾ ਸੂਬੇਦਾਰ ਕੋ, ਤੇ ਮੈਂ ਦੇਖਣਾ ਮੈਨੂੰ ਛੁੱਟੀ ਕਿਉਂ ਨਹੀਂ ਦਿੰਦਾ। ਅੱਛਾ। ਉਹ ਕਹਿੰਦੇ ਠੀਕ ਹੈ, ਜਾ ਫਿਰ ਪੁੱਛ ਜਾ ਕੇ। ਉਹ ਜਾ ਕੇ ਉਹਨੂੰ ਕਹਿੰਦਾ ਸੂਬੇਦਾਰ ਜੀ ਭੈੜਾ ਜਿਹਾ ਮੂੰਹ ਬਣਾ ਕੇ ਨਾ ਮੈਨੂੰ ਛੁੱਟੀ ਚਾਹੀਦੀ। ਅੱਛਾ। ਤੇ ਉਹ ਕਹਿੰਦਾ ਤੇਰਾ ਕੀ ਮਸਲਾ? ਕਹਿੰਦਾ ਮੇਰੀ ਬੁੱਢੀ ਨੱਠ ਗਈ। ਅੱਛਾ। ਸੂਬੇਦਾਰ ਕੀ ਆ ਕੇ ਵਾਹ, ਹੁਣ ਉਹ ਨਹੀਂ ਗਿਆ। ਕਹਿੰਦਾ ਠੀਕ ਹੈ ਤੈਨੂੰ ਛੁੱਟੀ। ਓਕੇ। ਅੱਛਾ, ਤੇ ਸਬਕ ਕੀ ਮਿਲਿਆ? ਸਬਕ ਆਦਾ ਕਿ ਤੁਸੀਂ ਹਾਜ਼ਰ ਦਿਮਾਗ ਹੋਣਾ ਚਾਹੀਦਾ ਤੁਹਾਨੂੰ। ਤੁਸੀਂ ਪਿਕ ਕਰੋ ਚੀਜ਼ਾਂ ਨੂੰ ਨਾ, ਮਤਲਬ ਕਿ ਇਹ ਬੰਦਾ ਜਿਹੜਾ ਨਾ ਹੁਸ਼ਿਆਰ ਹੋਣਾ ਚਾਹੀਦਾ। ਨੈਗੇਟਿਵ ਮਾਨਿਆ ਚ ਨਹੀਂ, ਪੋਜ਼ਿਟਿਵ ਮਾਨਿਆ ਜਾਂਦਾ ਨਾ, ਕਿਉਂਕਿ ਜ਼ਮਾਨਾ ਬਹੁਤ ਤੇਜ਼ ਹੈ ਔਰ ਤੁਸੀਂ ਇਸ ਤੋਂ ਇੱਕ ਕਦਮ ਅੱਗੇ ਚੱਲੋਗੇ ਤਾਂ ਫਿਰ ਸਰਵਾਈਵ ਕਰੋਗੇ। ਵਾਹ, ਤੇ ਛੁੱਟੀ ਫਿਰ ਮਿਲ ਗਈ ਨਾ? ਛੁੱਟੀ ਮਿਲ ਗਈ ਨੂੰ ਕੀ ਕਰਦਾ ਵਾ ਸੂਬੇਦਾਰ ਵਿਚਾਰਾ। ਮਾਜ਼ਰਤ ਸੂਬੇਦਾਰ ਸਾਹਿਬ ਨੂੰ ਵੀ। ਅੱਛਾ, ਤੁਸੀਂ ਮੋਟੀਵੇਸ਼ਨਲ ਸਪੀਕਰ ਹੀ ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਆਪਣੀ ਕਹਾਣੀਆਂ ਦੇ ਜ਼ਰੀਏ ਲੋਕਾਂ ਨੂੰ ਪੜ੍ਹਾ ਰਹੇ ਹੋ, ਸਿਖਾ ਰਹੇ ਹੋ, ਤੇ ਕੋਈ ਇੰਜ ਦੀ ਕਹਾਣੀ ਸੁਣਾਈ ਕਦੇ ਜਿਹੜੀ ਆਪਣੀ ਜ਼ਿੰਦਗੀ ਤੇ ਬੀਤੀ ਹੋਵੇ, ਆਪਣੀ ਆਪ ਬੀਤੀ ਹੋਵੇ, ਪਰ ਕੈਰੈਕਟਰ ਬਦਲ ਦਿੱਤਾ ਹੋਵੇ? ਮੈਂ ਹੁਣ ਸੁਣਾ ਦੇਣਾ ਤੁਹਾਨੂੰ। ਕਾਲਜ ਦੌਰ ਦੀ ਗੱਲ ਹੈ ਕਿ ਮੈਂ ਕਾਲਜ ਆ ਰਿਹਾ ਸੀ ਤਾਂ ਮੋਟਰਸਾਈਕਲ 'ਚ ਨੂੰ ਤੇਲ ਖਤਮ ਹੋ ਗਿਆ। ਅੱਛਾ। ਪੈਟਰੋਲ ਖਤਮ ਹੋ ਗਿਆ ਤਾਂ ਮੈਂ ਉਹਨੂੰ ਘਸੀੜ ਕੇ ਲੈ ਕੇ ਜਾ ਰਿਹਾ ਸੀ, ਲੰਮਾ ਪਾ ਕੇ। ਉਹ ਵੀ ਖਤਮ ਹੋ ਗਿਆ ਨਾ, ਬਸ ਉਹਨੂੰ ਪੈਦਲ ਚੱਲ ਰਿਹਾ ਨਾ। ਗਰਮੀਆਂ ਦੇ ਵਿੱਚ ਤੁਸੀਂ ਕਦੇ ਮੋਟਰਸਾਈਕਲ ਧਰੂੰਦਿਆਂ ਕਿਸੇ ਬੰਦੇ ਨੂੰ ਦੇਖੋ ਤੁਹਾਨੂੰ ਸਮਝ ਆ ਜਾਏਗੀ। ਕੁੜੀਆਂ ਨੂੰ ਚਲੋ ਇਹ ਸਹੂਲਤ ਮੁਯੱਸਰ ਹੈ ਕਿ ਉਹਨਾਂ ਨੂੰ ਕਦੇ ਮੋਟਰਸਾਈਕਲ ਧਰੂਣੀ ਨਹੀਂ ਪਈ ਨਾ। ਉਹ ਮੈਂ ਮੋਟਰਸਾਈਕਲ ਤੇ ਜਾ ਰਿਹਾ ਸਾਂ ਤਾਂ ਉਹ ਬੰਦਾ ਇੱਕ ਪਿੱਛੋਂ ਆਇਆ ਤੇ ਉਹ ਮੈਨੂੰ ਨਾ ਕਹਿੰਦਾ ਕੀ ਹੋਇਆ? ਉਹ ਮੈਂ ਕਿਹਾ ਅੰਕਲ ਲੈ ਤਾਂ ਨਾ ਪੈਟਰੋਲ ਖਤਮ ਹੋ ਗਿਆ। ਉਹਨੇ ਨਾ ਉਹਦੇ ਕੋਲ ਸ਼ਾਪਰ ਸਨ, ਫਰੂਟ ਉਹਨੇ ਡਾਲਿਆ ਸੀ ਉਹਨਾਂ ਸ਼ਾਪਰਾਂ ਦੇ ਅੰਦਰ ਨਾ। ਉਹਨੇ ਇੱਕ ਹਾਲੀ ਕੀਤਾ ਤੇ ਆਪਣੀ ਮੋਟਰਸਾਈਕਲ 'ਚ ਪੈਟਰੋਲ ਉਸ ਸ਼ਾਪਰ 'ਚ ਡਾਲਿਆ। ਅੱਛਾ। ਤੇ ਉਹ ਬਾਅਦ 'ਚ ਉਹਨੇ ਸੁਰਾਖ ਕਰਕੇ ਨਾ ਤਾਂ ਮੇਰੇ ਟੈਂਕੀ 'ਚ ਪਾਤਾ ਕਿ ਤੇਰੀ ਪੈਟਰੋਲ ਪੰਪ ਤੱਕ ਨਾ ਤੂੰ ਜਾ ਸਕੇਗਾ। ਤੇ ਉਹ ਜਦੋਂ ਚੱਲਾ ਨਾ ਤਾਂ ਮੈਂ ਕਿਹਾ ਅੰਕਲ ਬਹੁਤ ਸ਼ੁਕਰੀਆ। ਉਹਨੇ ਨਾ ਗੁੱਸੇ ਦੇ ਨਾਲ ਮੇਰੇ ਤਰ੍ਹਾਂ ਦੇਖਿਆ। ਅੱਛਾ। ਬ੍ਰੇਕ ਲਗਾ ਕੇ ਨਾ ਮੇਰੇ ਵੱਲ ਦੇਖਿਆ ਉਹਨੇ। ਉਹਨੇ ਕਿਹਾ ਤੈਨੂੰ ਪਤਾ ਸ਼ੁਕਰੀਆ ਦਾ ਕੀ ਮਤਲਬ? ਮੈਂ ਕਿਹਾ ਨਹੀਂ। ਉਹਨੇ ਕਿਹਾ ਜਿਸ ਦਿਨ ਕਿਸੇ ਦੀ ਮੋਟਰਸਾਈਕਲ 'ਚ ਤੇਲ ਖਤਮ ਹੋਇਆ ਦੇਖੇਗਾ, ਉਹਦੀ ਮੋਟਰਸਾਈਕਲ 'ਚ ਪੈਟਰੋਲ ਡਾਲੇਗਾ ਤੇ ਫਿਰ ਮੇਰਾ ਸ਼ੁਕਰੀਆ ਅਦਾ ਹੋਣਾ। ਜਿੱਦਾਂ ਸਲਮਾਨ ਖਾਨ ਕਹਿੰਦਾ ਮੁਝੇ ਥੈਂक्स मत बोलो, आगे 3 लोगों की मदद कर देना। ਉਹ ਬਿਲਕੁਲ ਕਿ ਸ਼ੁਕਰੀਆ ਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਤੁਸੀਂ ਕੰਮ ਲਿਆ ਨਾ ਉਹ ਤੁਸੀਂ ਅੱਗੇ ਪਹੁੰਚਾ ਦੇਵੋ। ਮਤਲਬ ਜਿਨ ਚੀਜ਼ਾਂ ਮੈਂ ਸਿੱਖੀਆਂ ਨੇ ਨਾ, ਮੈਂ ਉਹੀ ਚਾਹ ਰਿਹਾ ਮੈਂ ਕਿ ਮੈਂ ਆਪਣੀ ਉਹ ਜ਼ੁਬਾਨ ਦੇ ਨਾਲ, ਬੋਲੀ ਦੇ ਨਾਲ ਅੱਗੇ ਪਹੁੰਚਾ ਦੇਵਾਂ ਨਾ। ਪੋਜ਼ਿਟਿਵਿਟੀ ਜਿੰਨੀ ਅਸੀਂ ਇਸ ਮੁਆਸ਼ਰੇ 'ਤੇ ਫੈਲਾ ਸਕਦੇ ਹਾਂ। ਤੁਸੀਂ ਫਿਲਮ ਦਾ ਨਾਂ ਲਿਆ ਸਲਮਾਨ ਖਾਨ ਦਾ, ਮੈਨੂੰ ਇਰਫਾਨ ਖਾਨ ਦੀ ਗੱਲ ਯਾਦ ਆ ਗਈ। ਹਾਂਜੀ, ਦੱਸੋ। ਫੌਤ ਹੋ ਗਏ ਨੇ, ਅੱਲਾ ਉਹਨਾਂ ਨੂੰ ਰਹਿਮਤ ਕਰੇ। ਉਹ ਕਹਿੰਦੇ ਸਨ ਕਿ ਮੇਰੀ ਅੰਮਾ ਕਹਿੰਦੀ ਸੀ
ਕਿ ਇਸ ਪੈਲੈਂਟ ਦੇ ਉੱਪਰ ਨਾ, ਜ਼ਮੀਨ ਦੇ ਉੱਪਰ ਤੁਸੀਂ 60 ਤੋਂ 70 ਸਾਲ ਵਾਸਤੇ ਆਏ ਹੋ, ਔਰ ਕੀ ਤੁਸੀਂ ਇੱਥੇ ਗਾੜ ਲਓਗੇ? ਤੁਸੀਂ ਜਾਣਾ ਹੈ। ਤੁਸੀਂ ਮੈਕਸਿਮਮ ਇਹ ਕਰ ਸਕਦੇ ਕਿ ਤੁਸੀਂ ਜਿੰਨੀ ਦੇਰ ਇਸ ਜ਼ਮੀਨ ਦੇ ਉੱਪਰ ਹੋ ਨਾ, ਤੁਹਾਡੀ ਵਾਈਬਸ ਜਿਹੜੀਆਂ ਨੇ ਨਾ ਬਾਡੀ ਦੀਆਂ ਜਾਂ ਜ਼ੁਬਾਨ ਤੋਂ, ਹੱਥ ਤੋਂ, ਹੈਰ ਫੈਲਾ ਦਿਓ ਦੂਸਰਿਆਂ ਵਾਸਤੇ। ਔਰ ਅਸੀਂ ਇਸ ਜ਼ਮੀਨ ਦੇ ਉੱਤੇ ਜਿੰਨੀ ਦੇਰ ਵੀ ਆ ਨਾ, ਮੈਂ ਕਹਿੰਦਾ ਕਮ ਸੇ ਕਮ 100 ਸਾਲ ਮਰਨ ਤੋਂ ਬਾਅਦ ਬੰਦਾ ਜ਼ਿੰਦਾ ਰਹਿਣਾ ਚਾਹੀਦਾ, ਔਰ ਆਪਣੇ ਕੰਮਾਂ ਦਾ। ਔਰ ਅੱਜ ਅਸੀਂ ਜੋ ਹੈ ਬੋਲ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਕਿਸੇ ਜਗ੍ਹਾ ਤੇ ਵੀ, ਇਹ ਕਿਆਮਤ ਤੱਕ ਰਿਕਾਰਡਡ ਨਹੀਂ ਚੀਜ਼। ਬਿਲਕੁਲ ਐਸੇ, ਬਿਲਕੁਲ ਐਸੇ। ਔਰ ਸਾਡਾ ਕੋਈ ਐਕਸ਼ਨ ਐਸਾ ਨਹੀਂ ਹੋਣਾ ਚਾਹੀਦਾ ਜਿਹਦੇ ਹੱਥ ਔਰ ਜ਼ੁਬਾਨ ਤੋਂ ਕਿਸੇ ਦੂਸਰੇ ਦਾ ਨੁਕਸਾਨ ਹੋ ਜਾਵੇ। ਫਨ ਫੈਲਾਉਣਾ ਚਾਹੀਦਾ, ਔਰ ਉਸ ਫਨ ਦੇ ਵਿੱਚ ਹੈਰ ਫੈਲਾਉਣੀ ਚਾਹੀਦੀ। ਹਾਂ ਬਿਲਕੁਲ। ਅੱਛਾ, 3 ਚੋਂ ਨਾ 13 ਚੋਂ, ਇਹ ਕੀ ਕਹਾਣੀ ਹੈ? ਇਹਦਾ ਮਤਲਬ ਪਹਿਲੇ ਦੱਸੋ ਮੈਨੂੰ। ਇਹ ਤੁਹਾਨੂੰ ਕਿਹਨੇ ਦੱਸਿਆ? ਬਸ ਦੇਖ ਲਓ, ਮੈਂ ਤੁਹਾਨੂੰ ਇੰਨਾ ਸੁਣਿਆ ਹੈ ਨਾ। ਇਹਦਾ ਮਤਲਬ ਪਹਿਲੇ ਦੱਸੋ, 3 ਚੋਂ ਨਾ 13 ਚੋਂ, ਫਿਰ ਕਹਾਣੀ ਸੁਣਾਓ ਸਾਨੂੰ। ਅਕਸਰ ਨਹੀਂ ਅਸੀਂ ਕਹਿੰਦੇ ਆ ਕਿ ਜਾ ਤੂੰ ਨਾ 3 ਚੋਂ ਤੇ ਨਾ 13 ਚੋਂ ਹੈ, ਤੂੰ ਕੌਣ ਹੈ? ਅੱਛਾ, ਉਹ ਵੀ ਕਹਾਣੀਆਂ ਜੀ ਕਿ ਉਹ 2 ਯਾਰ ਹੁੰਦੇ ਨੇ ਤੇ ਉਹ ਇੱਕ ਦਿਨ ਸਹੇਲੀ ਹੁੰਦੀ ਹੈ ਨਾ, ਦੋਸਤ ਹੈ ਜੀ, ਇੱਕ ਦੋਸਤ, ਉਹਦੀ ਫਰੈਂਡ ਆ ਗਈ ਨਾ, ਉਹਦੀ ਫਰੈਂਡ ਸੀ। ਉਹ ਪੁਰਾਣੇ ਜ਼ਮਾਨੇ 'ਚ ਨਾ ਜਿਹੜੀ ਸਰਕਾਰੀ ਨੌਕਰੀ ਹੁੰਦੀ ਸੀ, ਉਹ ਮੈਕਸਿਮਮ ਜਿਹੜਾ ਬੜੀ ਛਾਲ ਮਾਰਦੇ ਨੇ ਫੌਜੀ ਭਰਤੀ ਹੋਣੀ ਹੁੰਦਾ ਸੀ। ਫੌਜੀਆਂ ਨੂੰ ਮਾਜ਼ਰਤ ਠੀਕ ਹੋ ਗਿਆ। ਹਾਂ, ਨਹੀਂ ਹਰ ਕੋਈ, ਹਰ ਮਾਂ ਚਾਹੁੰਦੀ ਸੀ ਮੇਰਾ ਪੁੱਤਰ ਜਾਵੇ, ਮੇਰਾ ਉਹ ਜਾਏ, ਕਿਉਂਕਿ ਉਹ ਸਾਡੀ ਹੈ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੈ ਕਿ ਬਾਰਡਰ ਲਾਈਨ ਤੇ ਅਸੀਂ ਖਿੱਚੀਏ ਨਾ ਬਾਅਦ ਦੇ ਵਿੱਚ। ਐਸ ਜ਼ਮੀਨ ਦੀ ਜਿਹੜੀ ਡਿਵੀਜ਼ਨ ਹੈ ਉਹ ਤੇ ਅੱਲਾਹ ਤਾਲਾ ਨੇ ਨਹੀਂ ਕੀਤੀ, ਲੇਕਿਨ ਮੁਖਤਲਿਫ ਕਬੀਲਿਆਂ 'ਚ ਇਸ ਵਾਸਤੇ ਪੈਦਾ ਕੀਤਾ ਤਾਂ ਕਿ ਪਹਿਚਾਨ ਹੋ ਜਾਏ। ਹਾਂ, ਪਹਿਚਾਨ ਵਾਸਤੇ। ਇਹ ਮਹੱਲੇ, ਸ਼ਹਿਰ, ਨਾਮ, ਇਹ ਸਾਰੇ ਸਿਰਫ ਪਹਿਚਾਨ ਵਾਸਤੇ ਟੈਗ ਨੇ। ਉਹ ਚੜ੍ਹਦਾ ਪੰਜਾਬ ਹੈ ਜਾਂ ਲਹਿੰਦਾ ਪੰਜਾਬ ਹੈ, ਪੰਜਾਬ ਵੀ ਹੈ। ਓਕੇ ਜੀ। ਉਹ ਨਾ ਫੌਜ 'ਚ ਭਰਤੀ ਹੋ ਜਾਂਦੇ ਨੇ। ਤਾਂ ਇੱਕ ਜਿਹੜਾ ਨਾ ਛੁੱਟੀ ਆਉਣ ਲੱਗਦਾ, ਤਾਂ ਜਿਹਦੀ ਦੋਸਤ ਹੁੰਦੀ ਹੈ ਨਾ, ਉਹਨੂੰ ਕਹਿੰਦਾ ਯਾਰ ਇਹ 50 ਰੁਪਏ ਲੈ, ਤਾਂ ਮੇਰੀ ਦੋਸਤ ਨੂੰ ਜਿਹੜਾ ਨਾ ਇਹ ਜਾ ਕੇ ਦੇ ਦੇਈਂ ਤੇ ਮੇਰਾ ਸਲਾਮ ਵੀ ਅਰਜ਼ ਕਰੀ। ਕਹਿੰਦਾ ਠੀਕ ਹੈ। ਵਾਪਸ ਆਉਂਦਾ, ਜਿੰਝ ਪਹਿਲੇ ਸਨੇਹ ਸਨੂਹ ਪਹੁੰਚਾਉਂਦੇ ਹੁੰਦੇ ਹਨ, ਉਹ ਨਾ ਆਉਂਦਾ ਛੁੱਟੀ 2-3 ਦਿਨ ਬਾਅਦ, ਕਹਿੰਦਾ ਕਿ ਉਹ ਮੇਰੇ ਯਾਰ ਨੇ ਕੁਝ ਹਦੀਆ ਭੇਜਿਆ ਸੀ ਤੇ ਮੈਂ ਉਹ ਪਹੁੰਚਾਵਾਂ। ਅੱਛਾ। ਉਹਦੇ ਘਰ ਚਲਾ ਜਾਂਦਾ, ਪੁੱਛਦਾ ਪੁੱਛੀਂਦਾ ਦੂਸਰੇ ਪਿੰਡ, ਤੂੰ ਜਾ ਕੇ ਨਹੀਂ ਦੱਸਦਾ ਕਿ ਮੈਂ ਉਹਦਾ ਦੋਸਤ ਹਾਂ। ਜਾ ਕੇ ਬਾਈ ਜਾਂਦਾ, ਕਹਿੰਦਾ ਸੁਣਾਓ ਕੀ ਕਰਦੇ ਹੋ? ਉਹ ਜਿਹੜਾ ਉਹਦਾ ਪ੍ਰੋਫੈਸ਼ਨ ਹੁੰਦਾ ਨਾ, ਉਹਦੇ ਬਾਰੇ ਉਹ ਦੱਸ ਦਈਏ ਕਿ ਮੈਂ ਇਹ ਕਰਨੀ ਆ। ਤੂੰ ਕਹਿੰਦਾ ਤੁਹਾਡੇ ਕਿੰਨੇ ਚਾਹਣ ਵਾਲੇ? ਤੂੰ ਨੇ ਕਿਹਾ ਮੇਰੇ ਤਾਂ ਬਹੁਤ ਜ਼ਿਆਦਾ ਚਾਹਣ ਵਾਲੇ ਨੇ। ਕਹਿੰਦਾ ਕੋਈ 13-14 ਦੇ ਨਾਂ ਲਵੋ। ਉਹ 13-14 ਦੇ ਨਾ ਨਾਮ 1 by 1 ਉਹ ਲੈਂਦੀ, ਤੇ ਉਹਦਾ ਨਾਂ ਨਹੀਂ ਆਉਂਦਾ। ਅੱਛਾ। ਇਹ ਸਮਝਦਾ ਸ਼ਾਇਦ ਉਹ ਕੋਈ ਸਪੈਸ਼ਲ ਕੈਟੇਗਰੀ ਠੀਕ ਹੋਏਗੀ, ਉਹਦੇ 'ਚ ਹੋਏਗਾ ਇਹਨੇ ਅਵਾਮੀ ਨਾਮ ਜਿਹੜੇ ਨੇ ਲੈ ਲਏ। ਕਹਿੰਦਾ ਅੱਛਾ, ਇਹਨਾਂ ਦੇ ਵਿੱਚੋਂ ਤੁਸੀਂ ਇਹ ਦੱਸੋ ਕੋਈ ਸਪੈਸ਼ਲ 3 ਕੱਢੋ ਜਿਹੜੇ ਤੁਹਾਡੇ ਬਹੁਤ ਹੀ ਬਿਲਵਡ ਵਨਸ ਨੇ, ਬਹੁਤ ਪਿਆਰੇ ਨੇ। ਉਹ 3 ਦਾ ਨਾਂ ਲੈਂਦਾ ਤੇ ਲੈਂਦੀ ਹੈ, ਤੇ 3 ਦੇ ਵਿੱਚ ਵੀ ਉਹਦਾ ਨਾਂ ਨਹੀਂ ਹੁੰਦਾ। ਹੁਣ ਇਹ ਬੰਦਾ ਬੜਾ ਸਿਆਣਾ ਹੁੰਦਾ, ਇਹ ਮੈਨੂੰ ਨਹੀਂ ਪਤਾ ਹੁਣ ਕਿਸ ਕੌਮ ਦਾ। ਮੈਨੂੰ ਕਹਿੰਦੇ ਰਾਈ ਹੋਏ, ਉਹ ਪੈਸੇ ਨਹੀਂ ਦਿੰਦਾ। ਉਹ ਜਿਹੜੇ ਉਹਨੇ ਹਦੀਆ ਦਿੱਤਾ ਹੁੰਦਾ ਨਾ, ਉਹ ਜੇਬ 'ਚ ਹੀ ਰਹਿਣ ਦਿੰਦਾ। ਇਹ ਆਪਣੀ ਛੁੱਟੀ ਗੁਜ਼ਾਰਦਾ ਤੇ ਵਾਪਸ ਚਲਾ ਜਾਂਦਾ। ਉਹ ਜੋ ਹੀ ਯੂਨਿਟ 'ਚ ਜਾਂਦਾ ਨਾ, ਤੇ ਉਹ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਕਿ ਉਹ ਮੈਨੂੰ ਸੁਨੇਹਾ ਆਇਆ ਹੋਏਗਾ। ਉਹ ਕਹਿੰਦਾ ਛੱਡ ਪਰਾਂ ਦੂਜੇ ਕੰਮ, ਮੈਨੂੰ ਦੱਸ ਮੇਰੇ ਗੈਸ ਹੈ? ਉਹਨੇ ਕਿਹਾ ਗਿਆ। ਉਹਨੇ ਕਿਹਾ ਫੇਰ? ਉਹ ਘੁੱਟ ਕੇ ਉਹਦੇ ਕੰਨ ਤੇ ਝੰਡ ਮਾਰਦਾ, ਨਾਲ ਦੂਸਰੇ ਹੱਥ ਨਾਲ 50 ਰੁਪਏ ਕੱਢ ਕੇ ਉਹਨੂੰ ਦਿੰਦਾ। ਉਹਨੂੰ ਗਾਲੀ ਦੇ ਕੇ ਉਹਨੂੰ ਕਹਿੰਦਾ ਤੂੰ ਬੜੀਆਂ ਗੱਲਾਂ ਕਰਨਾ, ਆਪਣੇ ਆਪ ਨੂੰ ਤੂੰ ਬੜਾ ਸਹੇਲਾ ਸਮਝਣਾ ਪਿਆ, ਯਾਰ ਸਮਝਣਾ ਪਿਆ, ਨਾ ਤੂੰ ਨਾ 3 'ਚ ਤੇ ਨਾ 13 'ਚ, ਕਿ ਤੇਰੀ ਜਿਹੜੀ ਕੈਟੇਗਰੀ ਹੈ ਨਾ, ਤੂੰ ਕਿਸੇ ਜਗ੍ਹਾ ਤੇ ਵੀ ਨਹੀਂ ਹੈ। ਉਹ ਇਹ ਵੇ ਮੋਰਲ ਇਹਦਾ ਵੇ ਕਿ ਕੁਛ ਲੋਕ ਨਾ ਘਰ ਹੀ ਬੈਠੇ ਆ, ਤੁਸੀਂ ਕਿਸੇ ਦਾ ਨਾਂ ਲਵੋ, ਉਹ ਕਹੇਗਾ ਮੇਰਾ ਯਾਰ ਹੈ। ਤੁਸੀਂ ਕੰਮ ਦੱਸੋ, ਕਿਸੇ ਦਾ ਨਾਂ ਲੈ ਲਓ, ਉਹ ਕਹੀ ਜਾਏਗਾ। ਹੋਣਗੀਆਂ ਤੁਹਾਡੀਆਂ ਫਰੈਂਡਾਂ ਵੀ ਐਸੀਆਂ ਹੋਣਗੀਆਂ, ਕੋਈ ਦੋਸਤ ਐਸੇ ਹੋਣਗੇ ਜਿਹੜੇ ਕਹਿੰਦੇ ਹੋਣਗੇ, ਤੁਹਾਡੇ ਭਾਈ ਵੀ, ਤੁਸੀਂ ਨਾਂ ਲਵੋ, ਕਹੇਗਾ ਮੇਰਾ ਯਾਰ ਹੈ। ਜਦਕਿ ਅਗਲੇ ਦਾ ਪਤਾ ਵੀ ਨਹੀਂ ਹੁੰਦਾ ਕਿ ਉਹਨੂੰ ਜਾਣਦਾ ਵੀ ਹੈ ਜਾਂ ਨਹੀਂ ਜਾਣਦਾ। ਯਾਰ ਤੁਹਾਡੇ 2-4 ਹੀ ਹੁੰਦੇ ਨੇ ਅੱਛੇ, ਜਿਹੜੇ ਤੁਹਾਡੇ ਨਾਲ ਮੁਸ਼ਕਿਲ ਵਕਤ 'ਚ ਆ ਕੇ ਖਲੋ ਜਾਂਦੇ ਨੇ। ਹਰ ਕੋਈ ਨਹੀਂ ਹੁੰਦਾ। ਤਵੱਕਲ ਸਾਹਿਬ, ਕਦੇ ਕਹਾਣੀ ਸੁਣਾਉਂਦੇ ਹੋਏ ਆਪ ਵੀ ਅੱਖਾਂ 'ਚ ਅਥਰੂ ਆ ਗਏ ਹੋਣ, ਦਿਲ ਖਰਾਬ ਹੋਇਆ ਹੋਇਆ? ਸੁਣਾਓ ਸਾਨੂੰ ਵੀ ਕਹਾਣੀ ਰੋਂਦਿਆਂ ਹੋਇਆ। ਉਹ ਤੁਹਾਡੀ ਪੂਰੇ ਕੈਰੈਕਟਰ 'ਚ ਆਓ ਨਾ ਫਿਰ ਤੁਸੀਂ। ਇਹਦੇ ਵਾਸਤੇ ਤਾਂ ਥੋੜਾ ਜਿਹਾ ਮੈਂ ਕਹਿੰਦੀ ਕਹਾਣੀ 'ਚ ਵਜ਼ਨ ਹੋਇਆ ਤੇ ਮੈਂ ਵੀ ਰੋ ਪਾਂਗੀ। ਕਰਨੀ ਸਮੁੰਦਰ ਕਿਨਾਰੇ ਨਾ
ਇੱਕ ਦਰਖਤ ਹੁੰਦਾ ਔਰ ਉਸ ਦਰਖਤ ਦੇ ਉੱਪਰ ਨਾ ਇੱਕ ਚਿੜੀ ਦਾ ਆਲਣਾ ਹੁੰਦਾ। ਉਹਦਾ ਬੱਚਾ ਜਿਹੜਾ ਨਾ ਉਹ ਪਾਣੀ 'ਚ ਡਿੱਗ ਜਾਂਦਾ। ਅੱਛਾ। ਜਦੋਂ ਪਾਣੀ 'ਚ ਡਿੱਗਦਾ ਨਾ ਤਾਂ ਚਿੜੀ ਦੇਖਦੀ ਹੈ ਕਿ ਮੇਰਾ ਬੱਚਾ ਪਾਣੀ 'ਚ ਡਿੱਗ ਗਿਆ ਸਮੁੰਦਰ ਦੇ ਅੰਦਰ। ਉਹਨੂੰ ਬਚਾਉਣ ਵਾਸਤੇ ਨਾ ਪਾਣੀ 'ਚ ਜਾਂਦੀ ਹੈ। ਉਹਦੇ ਵੀ ਪਰ ਗਿੱਲੇ ਹੋ ਜਾਂਦੇ ਨੇ। ਹੁਣ ਜਦੋਂ ਪਰ ਗਿੱਲੇ ਹੋ ਜਾਂਦੇ ਨੇ ਨਾ ਤਾਂ ਉਹ ਸਮੁੰਦਰ ਨੂੰ ਕਹਿੰਦੀ ਹੈ ਕਿ ਤੂੰ ਇਹ ਜਿਹੜਾ ਬੱਚਾ ਮੇਰਾ ਨਾ ਇਹਨੂੰ ਬਾਹਰ ਸੁੱਟ ਦੇ। ਅੱਛਾ। ਉਹ ਕਹਿੰਦਾ ਮੈਂ ਨਹੀਂ ਸੁੱਟਣਾ ਨਾ, ਤੈਨੂੰ ਪਤਾ ਕਿ ਮੈਂ ਤਾਂ ਗਰਕ ਕਰ ਦਿਆਂਗਾ, ਮੇਰੇ ਅੰਦਰ ਆਨੀ ਪਾਵਰ ਹੈ, ਤੂੰ ਮੈਨੂੰ ਕੀ ਕਹਿ ਰਹੀ ਹੈ। ਇਹ ਚਿੜੀ ਕਹਿੰਦੀ ਹੈ ਕਿ ਮੈਂ ਤੈਨੂੰ ਖੁਸ਼ਕ ਕਰ ਦਿਆਂਗੀ ਨਾ, ਰੇਗਿਸਤਾਨ ਬਣਾ ਦਿਆਂਗੀ। ਅੱਛਾ। ਉਹ ਕਹਿੰਦਾ ਕੀ ਕਰੇਂਗੀ? ਉਹ ਕਹਿੰਦੀ ਤੂੰ ਗੌਰ ਕਰ ਮੈਂ ਕੀ ਕਰਨੀ ਆ। ਉਹ ਥੱਲੇ ਜਾਂਦੀ, ਚੁੰਝ 'ਚ ਪਾਣੀ ਲੈਂਦੀ ਸਮੁੰਦਰ ਦੇ ਵਿੱਚੋਂ ਔਰ ਬਾਹਰ ਜਾ ਕੇ ਸੁੱਟਣ ਲੱਗ ਪੈਂਦੀ। ਅੱਛਾ। ਉਹ 7-8 ਚੁੰਝਾਂ ਮਾਰਦੀ, ਪਾਣੀ ਥੋੜ੍ਹਾ ਥੋੜ੍ਹਾ ਲੈ ਕੇ ਜਾ ਕੇ ਸੁੱਟਦੀ ਬਾਹਰ। ਜਦੋਂ 20-25 ਤੇ ਜਾਂਦੀ ਹੈ ਨਾ ਤੇ ਸਮੁੰਦਰ ਜਿਹੜਾ ਨੇ ਕਹਿੰਦਾ ਰੁਕ ਜਾ, ਇਹ ਤੂੰ ਕੀ ਕਰਨ ਲੱਗੀ? ਉਹ ਠੱਲ ਮਾਰਦਾ ਔਰ ਉਹਦੇ ਬੱਚੇ ਨੂੰ ਬਾਹਰ ਸੁੱਟ ਦਿੰਦਾ। ਅੱਛਾ। ਇਹ ਮੰਜ਼ਰ ਜਿਹੜਾ ਨਾ ਇਹ ਦਰਖਤ ਦੇਖ ਰਿਹਾ। ਦਰਖਤ ਸਮੁੰਦਰ ਨੂੰ ਕਹਿੰਦਾ ਕਿ ਤੁਹਾਡਾ ਪਾਵਰਫੁਲ ਨੇ, ਤੁਹਾਡਾ ਤਾਕਤ ਵਾਲਾ ਹੈ, ਤਾਂ ਤੂੰ ਇੱਕ ਚਿੜੀ ਤੋਂ ਡਰ ਗਿਆ ਜਦ ਕੋਈ ਚਿੜੀ ਤੇਰਾ ਕੁਝ ਵੀ ਨਹੀਂ ਵਿਗਾੜ ਸਕਦੀ। ਬਿਲਕੁਲ ਨਹੀਂ। ਸਮੁੰਦਰ ਕਹਿੰਦਾ ਕਿ ਮੈਂ ਚਿੜੀ ਕੋਲੋਂ ਨਹੀਂ ਡਰਿਆ, ਮੈਂ ਇੱਕ ਮਾਂ ਕੋਲੋਂ ਡਰ ਗਿਆ। ਵਾਹ। ਕਿਉਂਕਿ ਮਾਂ ਦੀ ਦੁਆ ਦੇ ਅੱਗੇ ਜਿਹੜਾ ਨਾ ਅਰਸ਼ ਹਿੱਲ ਜਾਂਦਾ। ਤੇ ਮੈਂ ਇੱਕ ਮਾਂ ਦੀ ਬਦਦੁਆ ਨਹੀਂ ਲੈ ਸਕਦਾ। ਮੈਂ ਡਰ ਗਿਆ ਕਿ ਅਗਰ ਇਹ ਮਾਂ ਬਦਦੁਆ ਦੇ ਦੇਗੀ ਨਾ ਤੇ ਯਕੀਨਨ ਖੁਦਾ ਜਿਹੜਾ ਨਾ ਮੈਨੂੰ ਇਸ ਸਮੁੰਦਰ ਨੂੰ ਰੇਗਿਸਤਾਨ ਦੇ ਵਿੱਚ ਕਨਵਰਟ ਕਰ ਦੇਗਾ। ਤੇ ਜਿਹੜੀ ਮਾਂ ਦੀ ਬਦਦੁਆ ਨਾ ਉਹ ਕਾਸ਼ਾ ਜੀ ਉਹ ਕਦੇ ਨਾ ਲਿਓ। ਬਿਲਕੁਲ। ਮਾਂ ਪਿਓ ਦਾ ਤੇ ਵੈਸੇ ਨਹੀਂ ਦਿਲ ਕੋਈ ਇਨਸਾਨ ਜਿਹੜਾ ਨਾ ਉਹ ਮਾਂ ਬਾਪ ਦੀ ਸਪੈਸ਼ਲੀ ਮਾਂ ਦੀ ਬਦਦੁਆ, ਕਿਉਂਕਿ ਉਹਦਾ ਅਰਸ਼ ਹਿੱਲ ਜਾਂਦਾ। ਮਾਂ ਤੋਂ ਵੱਧ ਕੋਈ ਚੀਜ਼ ਨਹੀਂ। ਇਸ ਕਹਾਣੀ ਤੋਂ ਮੈਨੂੰ ਜਿਹੜਾ ਇੱਕ ਸਬਕ ਮਿਲਿਆ ਨਾ ਹੋਇਆ ਕਿ ਵੱਡੇ ਤੋਂ ਵੱਡਾ ਤਗੜੇ ਤੋਂ ਤਗੜੀ ਤਾਕਤ ਹੋਵੇ ਨਾ, ਜੇ ਉਹਦੇ ਅੱਗੇ ਕੋਈ ਜਜ਼ਬਾਤੀ ਬੰਦਾ ਆ ਗਿਆ ਨਾ ਜਿਹੜਾ ਕਹੇਗਾ ਮੈਂ ਕੰਮ ਕਰ ਲੈਣਾ ਤੇ ਉਹਨੂੰ ਡਰ ਪੈ ਜਾਏਗਾ। ਉਹਨੂੰ ਮੇਰੇ ਖਿਆਲ ਇਹ ਵੀ ਡਰ ਪੈ ਗਿਆ ਕਿ ਇਹ ਸ਼ੁਰੂ ਤੇ ਹੋ ਗਈ ਹੈ, ਹੋ ਹੀ ਨਾ ਜਾਵੇ ਕੁਛ, ਹੋ ਜਾਏਗਾ ਹੈ ਨਾ। ਤੁਹਾਨੂੰ ਆਪਣਾ ਜਦੋਂ ਮਾਂ ਕਹੇਗੀ ਫਿਰ ਮਾਂ ਹੀ ਹੈ ਨਾ। ਮਾਂ ਦੇ ਨਾਲ ਬਾਂਡ ਅੱਛਾ ਹੋਣਾ ਚਾਹੀਦਾ, ਮਤਲਬ ਉਹਦੇ ਨਾਲ ਜਿਹੜੀ ਪ੍ਰੀਤ ਹੈ ਨਾ ਉਹਦੇ ਖੰਭਾਂ ਦੇ ਥੱਲੇ ਰਹਿਣਾ ਚਾਹੀਦਾ, ਕਿਉਂਕਿ ਮਾਂ ਤੁਹਾਨੂੰ ਪ੍ਰੋਟੈਕਟ ਕਰੇਗੀ। ਉਹਦੀਆਂ ਦੁਆਵਾਂ ਤੁਹਾਨੂੰ ਜਿਹੜੀਆਂ ਨੇ ਨਾ, ਇਹ ਜਿਹੜੇ ਬੱਚੇ ਕਹਿੰਦੇ ਨੇ ਨਾ ਮਤਲਬ ਅਸੀਂ ਬੜੇ ਤੇਜ਼ ਹਾਂ ਤੇ ਅਸੀਂ ਇੰਝ ਕਰ ਲਿਆ ਤੇ ਇੰਝ ਕਰ ਲਿਆ, ਕੁਝ ਨਹੀਂ ਕੀਤਾ। ਉਹ ਮਾਂ ਦੀਆਂ ਦੁਆਵਾਂ ਜਿਹੜੀਆਂ ਨੇ ਨਾ, ਬਿਲਕੁਲ ਬਿਲਕੁਲ। ਉਹ ਜਨਾਬੇ ਮੂਸਾ ਅਲੈਹਿਸਲਾਮ ਜਾਂਦੇ ਸਨ ਨਾ ਕੋਹ ਤੂਰ ਤੇ ਅੱਲਾਹ ਤਾਲਾ ਨਾਲ ਹਮ ਕਲਾਮ ਹੋਣ, ਤੇ ਉਹ ਜਦੋਂ ਮਾਂ ਨਹੀਂ ਨਾ ਰਹੀ ਤੇ ਖੁਦਾ ਨੇ ਫਰਮਾਇਆ ਕਿ ਮੂਸਾ ਹੁਣ ਸੰਭਲ ਕੇ ਆਣਾ। ਹਾਂ ਬਿਲਕੁਲ, ਪਿੱਛੇ ਮਾਂ ਨਹੀਂ ਹੈ। ਬਿਲਕੁਲ। ਤੇ ਅੱਜ ਕੱਲ੍ਹ ਲੋਕੀ ਉਧਾਰ ਲੈ ਕੇ ਪੈਸੇ ਹੀ ਨਹੀਂ ਵਾਪਸ ਕਰਦੇ। ਇਹਦੇ ਲੋਕਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਤੁਹਾਨੂੰ ਕਹਾਣੀ ਸੁਣਾਉਂਦੇ ਆ, ਕਹਿੰਦੇ ਆ ਨਾ ਕਿ ਆਪਣਾ ਹੀ ਉਧਾਰ ਮੰਗਣ ਲਈ ਸਾਨੂੰ ਅਗਲੇ ਨੂੰ ਇੰਨੀਆਂ ਕਹਾਣੀਆਂ ਸੁਣਾਉਣੀਆਂ ਪੈਂਦੀਆਂ ਕਿ ਬੰਦਾ ਆਪੇ ਕਹਾਣੀ ਬਣ ਜਾਂਦਾ ਹੈ। ਦਿੱਤੇ ਲੈਂਦੇ ਵਕਤ ਨਹੀਂ ਉਹਨੇ ਕੁਛ ਕਿਹਾ, ਪਰ ਹੁਣ ਅਸੀਂ ਆਪਣਾ ਹੀ ਪੈਸਾ ਮੰਗ ਰਹੇ ਹਾਂ ਤੇ ਸਾਨੂੰ ਬਹਾਨੇ ਕਰਨੇ ਪੈ ਰਹੇ ਨੇ। ਉਹ ਬੰਦੇ ਨੇ ਨਾ ਉਧਾਰ ਲੈ ਲਿਆ ਕਿਸੇ ਕੋਲ, ਤੋ ਜਿਹਨੇ ਦਿੱਤਾ ਸੀ ਨਾ ਉਹ ਫੇਰੇ ਲਾਲਾ ਥੱਕ ਗਿਆ। ਅਮੂਮਨ ਥੱਕ ਜਾਂਦੇ ਆ, ਪ੍ਰੈਕਟਿਸ ਹੀ ਸਾਡੀ ਐਸੀ। ਔਰ ਪੰਜਾਬੀ ਸਪੈਸ਼ਲ ਅਸੀਂ ਇੰਝ ਹੀ ਕਰਨੇ, ਮਤਲਬ ਸਾਡੇ ਕੋਲ ਲਾਰੇ ਲੱਪੇ ਬਹਾਨੇ, ਅਸੀਂ ਐਕਸਪਰਟ ਹਾਂ। ਇੰਝ ਹੀ ਬੰਦੇ ਨੇ ਨਾ ਉਹ ਪੈਸੇ ਫਸਾ ਬੈਠਾ ਤੇ ਉਹਨੇ ਜਾਣਾ ਕਰਨਾ ਤੇ ਉਹਨੇ ਅੱਗੋਂ ਬਹਾਨਾ ਲਾਣਾ ਕਰਨਾ। ਇੱਕ ਦਿਨ ਗਿਆ ਤੂੰ ਦੇਖਦਾ ਕਿ ਉਹ ਸੜਕ ਦੇ ਕਿਨਾਰੇ ਤੇ ਨਾ ਜਿੱਥੇ ਉਹਦੀ ਪੈਲੀ ਹੁੰਦੀ ਉੱਥੇ ਬੇਰੀਆਂ ਲਾ ਰਿਹਾ ਹੁੰਦਾ। ਪੌਦੇ ਨਾ ਉਹ ਇੰਝ ਪਲਾਂਟ ਕਰ ਰਿਹਾ ਹੁੰਦਾ ਉਹਨਾਂ ਨੇ। ਤੇ ਉਹਨੂੰ ਬੰਦਾ ਆ ਜਾਂਦਾ ਜਿਹਨੇ ਪੈਸੇ ਲੈਣੇ ਹੁੰਦੇ ਨੇ, ਤੇ ਉਹ ਕਹਿੰਦਾ ਖੁਦਾ ਦਿਆ ਬੰਦਿਆ ਮੈਂ ਥੱਕ ਗਿਆ ਵਾ, ਦੇਖ ਮੇਰੀ ਜੁੱਤੀ ਵੀ ਟੁੱਟ ਗਈ ਤੇਰੇ ਪਿੱਛੇ ਭੌਂ ਕੇ, ਤੂੰ ਤੇਰੀ ਮਿਹਰਬਾਨੀ ਹੈ ਮੇਰੇ ਪੈਸਿਆਂ ਦਾ ਦੇ ਹੜ। ਉਹ ਕਹਿੰਦਾ ਟੈਨਸ਼ਨ ਨਾ ਲੈ, ਤੇਰੇ ਪੈਸਿਆਂ ਦਾ ਬੰਦੋਬਸਤ ਕਰ ਰਿਹਾ ਵਾਂ। ਕਹਿੰਦਾ ਕੀ ਕਰ ਰਹੇ? ਕਹਿੰਦਾ